ਤੇ ਅਸਲ ਜਿਹੜੇ ਮੁਜਰਮ ਨੇ ਉਹਨਾਂ ਨੂੰ ਮੰਜ਼ਰ ਆਮ ਤੇ ਲਿਆਉਣ, ਬਾਕੀ ਦੂਸਰੀ ਦੁਨੀਆ ਨੂੰ ਕਿਉਂ ਪਰੇਸ਼ਾਨ ਕੀਤਾ ਨੇ। ਤੇ ਉੱਥੇ ਜਿਹੜੇ ਕੋਈ ਸ਼ਰਪੁਰ ਥਾਣੇ ਦੇ ਵਿੱਚ ਇੱਕ ਦੋ ਬੰਦੇ ਬੈਠੇ ਨੇ, ਜਿਵੇਂ ਉਹ ਸਾਡੇ ਵਰਸ਼ਾ ਸਾਹਿਬ ਉੱਥੇ ASI ਨੇ, ਉਹਨਾਂ ਨੂੰ ਵੀ ਕਹਿਣ ਕਿ ਯਾਰ ਤੈਨੂੰ ਵੀ ਅੱਲਾ ਇਮਾਨ ਦੇਵੇ ਤੇ ਮੁਸਲਮਾਨ ਬਣ ਜਾ। ਹਾਂਜੀ, ਜਿਹੜਾ ਉਹਨੇ ਮੇਰੇ ਨਾਲ ਇਹ ਗਲੇ ਦਾ ਰਵੱਈਆ ਅਖਤਿਆਰ ਕੀਤਾ ਹੈ, ਮੈਂ ਉਹਦੇ ਕੋਲ ਬੱਚਾ ਚੁੱਕ ਕੇ ਦੋ ਬੰਦੇ ਬੱਚੇ ਮੇਰੇ ਨੂੰ ਚੁੱਕ ਕੇ ਬਾਹੀਂ ਦੇ ਉੱਤੇ ਉਹਦੇ ਕੋਲ ਲਗਾਏ ਨੇ। ਤੇ ਜਿਹੜਾ ਉੱਥੇ ਉਹਨੇ ਮੇਰੇ ਨਾਲ ਇਹ ਕੀਤੀ ਹੈ ਗੁਫ਼ਤਗੂ, ਅਗਰ ਕੋਈ ਆਮ ਬੰਦਾ ਹੋਵੇ ਤੇ ਉਹ ਜੇ ਕਿਤੇ ਪਿੰਡ ਥਾਂ ਦੇ ਕਿਸੇ ਡੇਰੇ ਡੰਡੇ ਤੇ ਹੁੰਦਾ ਤੇ ਉਹਦੇ ਤੇ ਗੱਲ ਲੱਗ ਜਾਣਾ ਚਾਹੀਦਾ ਸੀ ਸਾਨੂੰ। ਅਸੀਂ ਉਹਨੂੰ ਕਰੇ ਕਿਵੇਂ ਵੇਖ ਕੇ ਬਰਦਾਸ਼ਤ ਕਰ ਰਹੇ ਹਾਂ। ਉਹਦਾ ਇਹ ਰਵੱਈਆ ਹੈ। ਉਹ ਤੁਸੀਂ ਪੁਲਿਸ ਦੇ ਰਵੱਈਏ ਤੋਂ ਜਦੋਂ ਬਹੁਤ ਕੁਝ ਨਹੀਂ ਜੇਗੇ। ਉਹ ਜਨਾਬ ਉੱਥੇ ਆਪਣੇ ਕਮਰੇ ਦੇ ਵਿੱਚ ਐਂ ਕਾਲਾ ਕੇ ਬੈਠਾ ਜਿਵੇਂ ਕੋਈ ਚੋਰ। ਜੀ ਅਸਲਾਮ ਵਾਲੇਕੁਮ, ਮੈਂ ਇਮਰਾਨ ਹੈਦਰ ਤੇ ਮੈਂ ਮੌਜੂਦ ਹਾਂ ਪਿੰਡ ਕੋਟ ਮਹਿਮੂਦ ਦੇ ਵਿੱਚ, ਜਿਹਦੇ 5 ਦਿਨ ਪਹਿਲੇ ਇੱਕ ਵਾਕਿਆ ਹੋਇਆ ਸੀ। ਰਾਤ ਨੂੰ ਮੈਂ ਤੁਹਾਡੇ ਨਾਲ ਖਬਰ ਸ਼ੇਅਰ ਕੀਤੀ ਸੀ ਕਿ ਦੋ ਨੌਜਵਾਨ ਜਿਹੜੇ ਨੇ ਉਹ ਮਿਹਨਤ ਮਜ਼ਦੂਰੀ ਕਰਕੇ ਵਾਪਸ ਆ ਰਹੇ ਸਨ ਤੇ ਉਹਨਾਂ ਨੂੰ ਪੁਲਿਸ ਨੇ ਰੋਕ ਕੇ ਉਹਨਾਂ ਨੂੰ ਫਾਇਰ ਮਾਰ ਦਿੱਤੇ। ਮੈਂ ਉਹ ਜਿਹੜੇ ਨੌਜਵਾਨ ਨੇ, ਪਹਿਲੇ ਤਾਂ ਉਹਨਾਂ ਨਾਲ ਬੜੀ ਜ਼ਿਆਦਤੀ ਹੋਈ ਹੈ, ਉਹ ਅੱਜ ਤੁਸੀਂ ਸਾਰਿਆਂ ਨੇ ਉਹਨਾਂ ਆਪਣੀ ਜ਼ਿਆਦਤੀ ਜਿਹੜੀ ਹੈ DPO ਅੱਗੇ ਪੇਸ਼ ਕੀਤੀ। ਜਿਹੜੇ ਮਰੀਮ ਨਵਾਜ਼ ਸਾਹਿਬ ਅੱਜ ਕੱਲ੍ਹ ਵਜ਼ੀਰ ਆਲਾ ਪੰਜਾਬ ਖੁੱਲੀ ਕਚਹਿਰੀ ਲਾ ਰਹੀਆਂ ਨੇ। ਮੈਂ ਇਸ ਨੌਜਵਾਨ ਕੋਲ ਪੁੱਛਣਾ ਚਾਹੁੰਦਾ ਵਾਂ ਕਿ ਜੋ ਇਹਦੇ ਤੇ ਬੀਤੀ ਹੈ ਉਹ ਇਹ ਹੀ ਬਿਆਨ ਕਰ ਸਕਦਾ ਹੈ। ਅਸੀਂ ਤਾਂ ਬਾਕੀ ਸਾਰੇ ਜਿਹੜਾ ਇਹਨਾਂ ਚੀਜ਼ਾਂ ਨੂੰ ਰਿਪੋਰਟ ਕਰ ਸਕਨੇ ਆ। ਤੇ ਇਹ ਨੌਜਵਾਨ ਜਿਹੜਾ ਇਹਦਾ ਨਾਮ ਵਕੀਲ ਅਹਿਮਦ ਹੈ, ਤੇ ਵਕੀਲ ਅਹਿਮਦ ਕੋਲ ਪੁੱਛਨੇ ਆ, ਵਕੀਲ ਅਹਿਮਦ ਸਾਹਿਬ ਦੱਸੋ ਹੋਇਆ ਕੀ ਸੀ ਤੇ ਅੱਜ ਜਿਹੜਾ DPO ਸਾਹਿਬ ਕੋਲ ਤੁਸੀਂ ਪੇਸ਼ ਹੋਏ, ਤੁਹਾਨੂੰ ਕੀ ਉਮੀਦ ਹੈ ਇਸ ਇਨਸਾਫ ਦੇ ਨਿਜ਼ਾਮ ਤੋਂ? ਪਹਿਲੇ ਤੇ ਭਾਈ ਅਸੀਂ ਗਏ ਉੱਥੇ ਸ਼ਰਕਪੁਰ, ਉੱਥੇ ਜਾ ਕੇ 2-3 ਦਿਨ ਪਹਿਲੇ ਜਾਂਦੇ ਨੇ, ਸਾਡੀ ਤੇ ਕਿਸੇ ਨੇ ਸੁਣੀ ਨਹੀਂ ਹੈਗੀ। ਮਗਰੋਂ ਬਾਅਦ ਵਿੱਚ ਅੱਜ ਸਾਨੂੰ ਪਤਾ ਲੱਗਾ ਮਰੀਮ ਨਵਾਜ਼ ਸਾਹਿਬਾ ਨੇ ਖੁੱਲੀ ਕਚਹਿਰੀ ਲਵਾਈ ਹੈ। ਫਿਰ ਅਸੀਂ ਉੱਥੇ ਗਏ, DPO ਸਾਹਿਬ ਆਏ ਨੇ, ਉਹਨਾਂ ਨੇ ਸਾਨੂੰ ਜਿਹੜਾ ਉੱਥੇ ਥੋੜ੍ਹਾ ਜਿਹਾ ਨਾ ਹੌਸਲਾ ਦਿੱਤਾ ਹੈ ਵੀ ਤੁਹਾਡੇ ਨਾਲ ਇਨਸਾਫ ਹੋਏਗਾ। ਪਰ ਜੇ ਤੇ ਉਹਨਾਂ ਨੇ ਹੁਣ ਸਾਡੇ ਅੱਗੇ ਲਵਾਈ ਹੈ ਇਨਕੁਆਇਰੀ, ਉੱਥੇ ਜਾਵਾਂਗੇ ਕੱਲ੍ਹ ਨੂੰ, ਉੱਥੇ ਜਾ ਕੇ ਪਤਾ ਲੱਗੇਗਾ ਵੀ ਸਾਡੇ ਨਾਲ ਕੀ ਹੁੰਦਾ। ਫਿਰ ਉਸ ਤੋਂ ਬਾਅਦ ਜੇ ਤੇ ਸਾਡੇ ਨਾਲ ਇਨਸਾਫ ਹੋਇਆ ਤੇ ਫਿਰ ਤੇ ਮਰੀਮ ਨਵਾਜ਼ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ DPO ਸਾਹਿਬ ਦਾ ਵੀ ਬਹੁਤ ਸ਼ੁਕਰੀਆ। ਤੇ ਜੇ ਨਾ ਹੋਇਆ ਤੇ ਫਿਰ ਤੇ ਅੱਗੇ ਵੀ ਧੱਕੇ ਖਾਂਦੇ ਫਿਰਨੇ ਆ। ਤੇ ਫਿਰ ਨਹੀਂ, ਤੁਹਾਨੂੰ ਪੁਲਿਸ ਤੋਂ ਮੇਨ ਤੁਹਾਨੂੰ ਸ਼ਿਕਵਾ ਸ਼ਿਕਾਇਤ ਕੀ ਹੈ, ਗਿਲਾ ਕੀ ਹੈ ਪੁਲਿਸ ਤੋਂ? ਗਿਲਾ ਇਹ ਹੀ ਹੈ ਵੀ ਜਿਹੜੇ ਬੰਦੇ ਮੁਲਜ਼ਮ ਨੇ ਉਹਨਾਂ ਨੂੰ ਸਾਹਮਣੇ ਨਹੀਂ ਲੈ ਕੇ ਆਂਦੇ ਤੇ ਪੁਲਿਸ ਵਾਲੇ ਉਹਨਾਂ ਨੂੰ ਸਾਹਮਣੇ, ਪੁਲਿਸ ਵਾਲੇ ਆਪ ਨੇ ਫਾਇਰ ਮਾਰਨ ਵਾਲੇ ਵੀ ਆਪ ਨੇ, ਤੇ ਉਹ ਜਿਹੜੇ ਬੰਦੇ ਹੈਗੇ ਨੇ ਉਹਨਾਂ ਨੂੰ ਸਾਹਮਣੇ ਲੈ ਕੇ ਨਹੀਂ ਆਂਦੇ ਹੈਗੇ। ਅੱਛਾ, ਜਦੋਂ ਤੁਹਾਨੂੰ ਇਹ ਵਾਕਿਆ ਹੋਇਆ ਉਹਨਾਂ ਤੁਹਾਨੂੰ ਫਾਇਰ ਮਾਰਿਆ, ਉਹਨਾਂ ਤੁਹਾਨੂੰ ਇੱਕ ਫਾਇਰ ਮਾਰਿਆ ਕਿ ਜ਼ਿਆਦਾ ਫਾਇਰ ਮਾਰੇ? ਫਾਇਰ ਇੱਕ ਹੀ ਮਾਰਿਆ, ਵੱਡੀ ਰਾਈਫਲ ਦਾ ਮਾਰਿਆ। ਅੱਛਾ, ਵੱਡੀ ਰਾਈਫਲ ਦਾ ਫਾਇਰ? ਵੱਡੀ ਰਾਈਫਲ ਦਾ ਫਾਇਰ ਮਾਰਿਆ, ਕੋਲੋਂ ਮਾਰ ਦਿੱਤਾ ਨੇ। ਅੱਛਾ, ਕੋਲੋਂ ਮਤਲਬ ਕਿ ਕਿੰਨਾ ਫਾਸਲਾ ਸੀ? ਇੱਕ ਤਾਂ ਜਿਹੜੀ ਨਾ CCTV ਵੀਡੀਓ ਆ ਰਹੀ ਕਿ ਤੁਸੀਂ ਉਧਰੋਂ ਮੋਟਰ ਸਕੂਲ ਕਾਲਜ ਦੇ ਨਾਲੋਂ, ਔਰ ਉਹ ਉਸ ਟਾਈਮ ਉਹਦੇ ਨਾਲ ਖਲੋਤੇ ਸਨ। ਨਹੀਂ, ਉਹ ਸਾਨੂੰ ਜਿਹੜਾ ਫਾਇਰ ਲੱਗਾ ਤਕਰੀਬਨ 3-4 ਫੁੱਟ ਦੀ ਦੂਰੀ ਤੋਂ ਫਾਇਰ ਵੱਜਾ। 3-4 ਫੁੱਟ ਦੀ ਦੂਰੀ ਤੋਂ ਫਾਇਰ ਵੱਜਾ? ਹਾਂਜੀ, ਜ਼ਿਆਦਾ ਦੂਰ ਨਹੀਂ ਸੀ ਹੈਗੇ। ਕਿਤੇ ਹੁੰਦਾ ਨਾ ਬੰਦਾ ਪਿੱਛੋਂ ਮਿਲ ਕੇ ਜਾਂ ਪਿੱਛੋਂ ਭੱਜ ਕੇ ਜਾਂ ਦੂਰੋਂ ਸਾਨੂੰ ਫਾਇਰ, ਉਹ ਸਾਨੂੰ ਉਹਨਾਂ ਹਾਲੀ ਖਲੋਣੇ ਪਏ ਤੇ ਉਸੇ ਵੇਲੇ ਉਹਨਾਂ ਫਾਇਰ ਮਾਰ ਦਿੱਤਾ। ਮਤਲਬ ਤੁਸੀਂ ਬ੍ਰੇਕ ਲਾਈ ਖਲੋਤੇ ਜੀ ਆਪਣੇ? ਹਾਂਜੀ, ਉਹਨਾਂ ਸਾਨੂੰ ਪੁੱਛਿਆ, ਦੱਸਿਆ ਹੀ ਨਹੀਂ ਹੈਗਾ ਵੀ ਕੌਣ ਜੇ, ਕਿੱਥੋਂ ਆਏ ਜੇ। ਉਹ ਤੇ ਬਾਅਦ ਵਿੱਚ ਆ ਕੇ ਸਾਡੇ ਨਾਲ ਜਦੋਂ ਉਹਨਾਂ ਜ਼ੁਲਮੋ ਜ਼ਿਆਦਤੀ ਕੀਤੀ ਉੱਥੇ, ਜਦੋਂ CCTV ਫੁਟੇਜ ਦੇ ਵਿੱਚ ਹੈਗਾ, ਤਾਂ ਸਾਨੂੰ ਉਹਨਾਂ ਖੜਾ ਕੀਤੀ ਰੱਖਿਆ। ਮੈਨੂੰ ਫਾਇਰ ਲੱਗਾ ਸੀ, ਉਹਨੇ ਮੈਨੂੰ ਕੰਧ ਦੇ ਨਾਲ ਖੜਾ ਕੀਤੀ ਰੱਖਿਆ, ਗਾਲੀ ਗਲੋਚ ਕਰਦਾ ਰਿਹਾ। ਸਰ, ਤੁਹਾਨੂੰ ਫਾਇਰ ਲੱਗੇ ਜੋ ਉਹਨਾਂ ਤੁਹਾਨੂੰ ਦੀਵਾਰ ਦੇ ਨਾਲ ਖਿਲਾਇਆ? ਹਾਂਜੀ ਹਾਂਜੀ। ਅੱਛਾ, ਇਹ ਜਿਹੜਾ ਵਾਕਿਆ ਸੀ, ਇਹ ਵਾਕਿਆ ਨੂੰ ਕਿਉਂਕਿ ਮੈਂ ਰਿਪੋਰਟ ਕੀਤਾ ਸੀ ਉਸ ਟਾਈਮ, ਮੈਂ ਵੀ ਉੱਥੇ ਪਹੁੰਚ ਗਿਆ ਸੀ। ਇਹਨਾਂ ਦਾ ਸਭ ਤੋਂ ਪਹਿਲਾ ਬਿਆਨ ਮੈਂ ਰਿਕਾਰਡ ਕੀਤਾ ਸੀ, ਜਿਹੜਾ ਅੱਜ ਵੀ ਬਿਆਨ ਜਿਸ ਬਿਆਨ ਦੀ ਬੇਸ ਤੁਹਾਡੇ ਉਹ ਸਭ ਤੋਂ ਵੱਡਾ ਸਬੂਤ ਇਹ ਵੇ ਕਿ ਇਹਨਾਂ ਨਾਲ ਉਹ ਵਾਲੀ ਕਾਰਵਾਈ ਹੋਈ ਹੈ। ਉਸ ਟਾਈਮ ਇੱਕ ਐਦੀ ਸ਼ਾਇਦ ਸੀ ਜ਼ਹੀਰ ਅਹਿਮਦ ਸਾਹਿਬ ਮੈਨੂੰ ਉੱਥੇ ਮਿਲੇ ਸਨ, ਨੌਜਵਾਨ ਇਹ ਵੀ ਕੋਟ ਮਹਿਮੂਦ ਦਾ, ਤੇ ਇਹਨਾਂ ਉਹ ਸਾਰਾ ਵਕੂਆ ਵੇਖਿਆ ਤੇ ਇਹਨਾਂ ਨਾਲ ਵੀ ਗੱਲ ਕਰਨੇ ਆ। ਜੀ ਜ਼ਹੀਰ ਸਾਹਿਬ, ਕੀ ਵਾਕਿਆ ਹੋਇਆ ਸੀ? ਇਹ ਜਨਾਬ ਮੈਨੂੰ ਰਾਤ ਨੂੰ 9:21 ਦੇ ਕਾਲ ਇਹਨਾਂ ਕੀਤੀ ਹੈ ਕਿ ਸਾਨੂੰ ਪੁਲਿਸ ਵਾਲਿਆਂ ਨੇ ਫਾਇਰ ਮਾਰਿਆ ਜੀ। ਮੈਂ ਤੇ ਇਹਦਾ ਵੱਡਾ ਭਾਈ ਨਵੀਦ ਅਸੀਂ ਮੌਕੇ ਤੇ ਪਹੁੰਚੇ ਹਾਂ ਤੇ ਅਸੀਂ ਜਾ ਕੇ ਵੇਖਿਆ ਕਿ ਮੁੰਡੇ ਇਕੱਲੇ ਹੀ ਬੇਵਾਰਸ ਉੱਥੇ ਦੋਵੇਂ ਹੀ ਇੱਕ ਦੂਜੇ ਦੇ ਉੱਤੇ ਡਿੱਗੇ ਪਏ ਸਨ। ਤੇ ਉੱਥੇ ਜਾ ਕੇ ਮੈਂ 15 ਤੇ ਆਪਣੇ ਨੰਬਰ ਤੋਂ ਕਾਲਾਂ ਕੀਤੀਆਂ ਨੇ। 15 ਦੀ ਕਾਲ ਤੇ ਉੱਥੇ ਪੁਲਿਸ ਵਾਲਾ ਕੋਈ ਵੀ ਨਹੀਂ ਆਇਆ। ਉਸ ਤੋਂ ਬਾਅਦ ਅਸੀਂ 11 ਬਾਈ ਨੂੰ ਫੋਨ ਕੀਤਾ, 11 ਬਾਈ ਆਈ, ਇਹ ਬੰਦੇ ਅਸੀਂ ਰੈਸਕਿਊ ਕਰਕੇ ਤੇ ਲੈ ਗਏ ਹਾਂ ਹਸਪੀਟਲ। ਉੱਥੇ 5-10 ਮਿੰਟ ਗੁਜ਼ਰਨ ਤੋਂ ਬਾਅਦ ਅਕਬਰ ਡੋਗਰ ASI ਆਇਆ, ਉਹਨੇ ਆ ਕੇ ਮੁੰਡਿਆਂ ਦੇ ਬਿਆਨ ਰਿਕਾਰਡ ਕੀਤੇ ਨੇ ਤੇ ਮੁੰਡਿਆਂ ਦਾ ਬਿਆਨ ਰਿਕਾਰਡ ਕਰਕੇ ਤੇ ਉਹ ਚਲਾ ਗਿਆ। ਉਹਨੇ ਆਖਿਆ ਜੀ ਸਾਨੂੰ ਪਤਾ ਲੱਗ ਗਿਆ ਬੰਦੇ ਕਿਹੜੇ ਨੇ, ਸਾਡੀ ਚੌਕੀ ਦਾ ਅਮਲਾ ਜਿਹਨੇ ਫਾਇਰ ਮਾਰਿਆ।
ਤੇ ਤੁਸੀਂ ਮੁੰਡਿਆਂ ਦੀ ਮਰਮ ਪੱਟੀ ਕਰੋ ਤੇ ਤੁਹਾਨੂੰ ਇਨਸ਼ਾਅੱਲਾ ਬੜੀ ਜਲਦੀ ਬੰਦੇ ਤੁਹਾਡੇ ਸਾਹਮਣੇ ਸ਼ਨਾਖਤ ਕਰਾ ਦਿੱਤੇ ਜਾਣਗੇ। ਉਸ ਤੋਂ ਬਾਅਦ ਅਸੀਂ ਲੈ ਕੇ ਗਏ ਆ ਆਪਣਾ ਦਰਖਾਸਤ, ਅਤੇ ਸਾਡੀ ਦਰਖਾਸਤ ਇਹਨਾਂ ਪੁਲਿਸ ਵਾਲਿਆਂ ਨੇ ਨਹੀਂ ਲਈ ਤੇ ਇਹਨਾਂ ਨੇ ਕੋਈ ਪ੍ਰਾਈਵੇਟ ਬੰਦੇ ਫੜ ਕੇ ਤੇ ਜਿਹੜਾ ਨਾ ਜੀ ਉਹ ਦੂਸਰੀ ਪਾਰਟੀ ਨਾਲ ਮੈਨੇਜ ਕਰਕੇ ਮਿਲ ਮਿਲਾ ਕੇ ਮਿਲੀ ਭਗਤ ਕਰਕੇ ਆਪਣੇ ਅਸਲ ਮੁਲਜ਼ਮ ਇਹਨਾਂ ਬਚਾ ਲੈਣਾ ਤੇ ਦੂਸਰੇ ਪ੍ਰਾਈਵੇਟ ਬੰਦਿਆਂ ਦੇ ਨਾਲ FIR ਕੱਟੀ ਹੈ ਫੇਕ, ਜਿਹੜੀ ਕਿ ਫੇਕ FIR ਹੈ ਜਿੰਦਾ ਹਕੀਕਤ ਨਾਲ ਕੋਈ ਦੂਰ ਤੱਕ ਕੋਈ ਤਲਕ ਨਹੀਂ। ਤੇ ਸਾਨੂੰ ਇਨਸਾਫ ਦਿੱਤਾ ਜਾਏ। ਮਰੀਮ ਨਵਾਜ਼ ਵਜ਼ੀਰ ਆਲਾ ਦੇ ਅੱਗੇ ਸਾਡੀ ਅਪੀਲ ਹੈ ਕਿ ਸਾਨੂੰ ਇਨਸਾਫ ਦੇਵੇ ਤੇ ਜਿਹੜੇ ਸਾਡੇ ਅਸਲ ਮੁਲਜ਼ਮ ਨੇ CCTV ਦੀ ਫੋਟੋ ਦੀ ਵੀਡੀਓ ਦੀ ਫੋਰੈਂਸਿਕ ਕਰਾ ਕੇ ਉਹ ਮੰਜ਼ਰ ਆਮ ਤੇ ਲਿਆਏ ਜਾਣ ਤੇ ਸਾਨੂੰ ਇਨਸਾਫ ਦਿੱਤਾ ਜਾਏ। ਔਰ ਇਸ ਵਾਕਿਏ ਦੇ ਜਿਹੜੇ ਮੌਜੂਦਾ ਅਹਿਲਕਾਰ ਸਨ, ਚੌਂਕੀ ਇੰਚਾਰਜ ਔਰ SHO ਸ਼ਾਹਦ ਰਫੀਕ, ਉਹ ਇਸ ਚੀਜ਼ ਦੇ ਜ਼ਿੰਮੇਦਾਰ ਨੇ। ਉਹ ਇਹ ਦੱਸਣ ਕਿ ਉਹ ਅਹਿਲਕਾਰ ਕੌਣ ਸਨ ਵਰਦੀ ਪਾ ਕੇ ਜਿਹੜੇ ਇਹਨਾਂ ਨੇ ਖਿਲਾਰੇ ਸਨ ਸੜਕ ਤੇ। ਇਹ ਸਾਡੀ ਪੁਲਿਸ ਖਲੋਤੀ ਸੀ ਜਾਂ ਪੁਲਿਸ ਦੇ ਵਰਦੀ 'ਚ ਸਾਨੂੰ ਲੁੱਟਣ ਵਾਸਤੇ ਇਹਨਾਂ ਨੇ ਇਹ ਬੰਦੇ ਖਿਲਾਰੇ ਸਨ। ਸਾਡੇ ਇਸ ਏਰੀਆ 'ਚ ਜਿੰਨੀਆਂ ਵੀ ਮੋਟਰਸਾਈਕਲ ਜਿੰਨੀਆਂ ਵੀ ਵਾਰਦਾਤਾਂ ਹੋ ਰਹੀਆਂ ਨੇ ਇਹ ਸਾਰੀ ਪੁਲਿਸ ਮਿਲੀ ਭਗਤ ਕਰਕੇ ਕਰਵਾਉਂਦੀ ਹੈ। ਜੀ ਇਸ ਸਾਡੇ ਨਾਲ ਇਸ ਵਾਕਿਆ ਦੇ ਚਸ਼ਮ ਦੇ ਜਿਹੜੇ ਗਵਾਹ ਸਨ ਜ਼ਹੀਰ ਅਹਿਮਦ ਸਾਹਿਬ ਦੇ ਤੁਸੀਂ ਬਿਆਨ ਸੁਣੇ ਨੇ। ਤੇ ਕੋਈ ਵੀ ਜਿਹੜਾ ਮਹਿਕਮਾ ਹੈ ਵੇ ਉਹ ਬਣਾਇਆ ਤਾਂ ਆਵਾਮ ਦੀ ਖਿਦਮਤ ਵਾਸਤੇ ਜਾਂਦਾ ਹੈ। ਉਹਦਾ ਅਸਲ ਮਕਸਦ ਆਵਾਮ ਦੇ ਪੈਸੇ ਜਿਹੜੇ ਟੈਕਸ ਦੇ ਪੈਸੇ ਹੁੰਦੇ ਨੇ ਉਹ ਲਾ ਕੇ ਤੇ ਉਹਨੂੰ ਬਣਾਇਆ ਇਸ ਵਾਰ ਜਾਂਦਾ ਕਿ ਉਹਨੇ ਆਵਾਮ ਦੀ ਖਿਦਮਤ ਕਰਨੀ। ਇਵੇਂ ਹੀ ਇੱਕ ਮਹਿਕਮਾ ਪੁਲਿਸ ਦਾ ਤੇ ਜਿੰਦਾ ਇੱਕੋ ਕੰਮ ਹੈ ਕਿ ਆਵਾਮ ਨੂੰ ਤਹੱਫੁਜ਼ ਫਰਾਹਮ ਕਰਨਾ ਹੈ। ਅਗਰ ਜਿਹੜਾ ਮਹਿਕਮੇ ਜਿੰਦਾ ਕੰਮ ਤਹੱਫੁਜ਼ ਫਰਾਹਮ ਕਰਨਾ ਉਹ ਹੀ ਸ਼ਹਿਰੀਆਂ ਦੀ ਜਾਨ ਲੈਣ ਡੈ ਪਵੇ, ਉਹਦੀ ਵਜ੍ਹਾ ਤੋਂ ਹੀ ਲੋਕ ਡਰ ਦਾ ਖੌਫ ਦਾ ਸ਼ਿਕਾਰ ਹੋ ਜਾਣ, ਤੇ ਮੈਂ ਨਹੀਂ ਸਮਝਦਾ ਕਿ ਉਸ ਅਦਾਰੇ ਨੂੰ ਕਾਇਮ ਵੀ ਰਹਿਣਾ ਚਾਹੀਦਾ। ਤੇ ਅੱਜ ਜਿਹੜੇ ਅਹਿਬਾਬ ਇਖਤਿਆਰ ਨੇ ਖਾਸ ਤੌਰ ਤੇ CM ਪੰਜਾਬ ਮਰੀਮ ਨਵਾਜ਼ ਸਾਹਿਬਾ ਜਿਹੜਾ ਕੋਸ਼ਿਸ਼ ਕਰ ਰਹੀਆਂ ਨੇ ਕਿ ਕੁਝ ਇਸਲਾਹਾਤ ਲਿਆਉਣ ਦੀਆਂ ਜਾਂ ਅਦਾਰੇ ਨੂੰ ਠੀਕ ਕਰਨ ਦੀਆਂ, ਤੇ ਉਹਨਾਂ ਨੂੰ ਸਭ ਤੋਂ ਪਹਿਲੇ ਜਿਹੜਾ ਹੈ ਇਹ ਸਿਸਟਮ ਠੀਕ ਕਰਨਾ ਪੈਦਾ। ਉਹਨਾਂ ਨੂੰ ਸਭ ਤੋਂ ਪਹਿਲੇ ਜਿਹੜੇ ਸਿਆਸੀ ਛਤਰ ਛਾਇਆ ਹੈ ਵੇ ਥਾਣਿਆਂ ਦੇ ਵਿੱਚ ਬੇਜਾ ਮੁਦਾਖਲਤ ਤੇ ਸਿਆਸੀ ਉਹਨੂੰ ਖਤਮ ਕਰਨਾ ਪਏਗਾ। ਫਿਰ ਪੁਲਿਸ ਵੀ ਉਹਨਾਂ ਨੂੰ ਰਿਜ਼ਲਟ ਦੇ ਸਕਦੀ ਹੈ। ਤੇ ਪੁਲਿਸ ਵਾਲਿਆਂ ਜਦੋਂ ਗੱਲ ਹੁੰਦੀ ਹੈ ਉਹ ਵੀ ਆਪਣੇ 100 ਤਰ੍ਹਾਂ ਦੇ ਦੁਖੜੇ ਬਿਆਨ ਕਰਦੇ ਨੇ। ਤੇ ਬਹਰਹਾਲ ਇਹ ਕਦੀ ਵੀ ਨਹੀਂ ਹੋਣਾ ਚਾਹੀਦਾ ਕਿ ਜਿਸ ਜਿਹੜਾ ਮਹਿਕਮਾ ਜਿਸ ਆਵਾਮ ਦੀ ਖਿਦਮਤ ਵਾਸਤੇ ਬਣਾਇਆ ਗਿਆ ਹੈ ਉਹ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਡੈ ਪਵੇ। ਤੇ ਇਹ ਅਸੀਂ ਕਿਉਂਕਿ ਇਸ ਬੱਚੇ ਦੇ ਵਕੀਲ ਅਹਿਮਦ ਦੇ ਵਾਲਿਦ ਸਾਹਿਬ ਵੀ ਬੈਠੇ ਨੇ, ਅੱਜ ਇਹਨਾਂ DPO ਸਾਹਿਬ ਨਾਲ ਵੀ ਗੱਲਾਂ ਬੜੀਆਂ ਜਿਹੜੇ ਖਰੀਆਂ ਤੇ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ ਨੇ। ਸੋਸ਼ਲ ਮੀਡੀਆ ਉੱਤੇ ਉਹ ਬੜੇ ਲੋਕਾਂ ਨੇ ਧਿਆਨ ਨਾਲ ਸੁਣੀਆਂ ਨੇ ਔਰ ਚਾਚੇ ਨੂੰ ਉਹ ਬੜੀ ਚਾਚਾ ਦੀ ਤਾਰੀਫ ਵੀ ਕੀਤੀ ਜਾ ਰਹੀ ਹੈ। ਅਸੀਂ ਚਾਚਾ ਜੀ ਨਾਲ ਵੀ ਗੱਲ ਕਰ ਰਹੇ ਹਾਂ। ਜੀ ਚਾਚਾ ਜੀ, ਕਦੀ ਇਵੇਂ ਅੱਜ ਤੋਂ ਪਹਿਲੇ ਕਦੀ ਇੰਨਾ ਹਨੇਰ ਪਿਆ ਇੱਥੇ ਬਾਈ ਨਹੀਂ ਜੀ, ਨੇਰ ਜਿਹੜਾ ਹੁਣ ਪਿਆ ਖਲਾ ਹੈ ਤੇ ਕਦੀ ਵੀ ਨਹੀਂ ਪਿਆ ਹੈਗਾ ਸਾਡੇ ਪੂਰੇ ਪਾਕਿਸਤਾਨ ਦੇ ਵਿੱਚ ਜਿਹੜਾ ਨੇਰ ਹੁਣ ਪਿਆ ਖਲਾ ਹੈ। ਹੁਣ ਨੇਰ ਪਿਆ ਖਲੋਤਾ ਮੇਰੀ 60-65 ਸਾਲ ਦੀ ਉਮਰ ਹੈ ਤੇ ਮੈਂ ਅੱਜ ਤੱਕ ਆਪਣੀ ਜ਼ਿੰਦਗੀ 'ਚ ਨਹੀਂ ਵੇਖਿਆ ਹੈਗਾ ਕਿ ਜਿਹੜੀ ਪੁਲਿਸ ਹੈ ਇਹ ਕਿਸੇ ਮਰੀਜ਼ ਦੇ ਘਰ ਫੁੱਲਾਂ ਦੇ ਗੁਲਦਸਤੇ ਲੈ ਕੇ ਜਾਂਦੀ ਹੋਵੇ। ਨਹੀਂ ਇਹ ਚਾਚਾ ਜੀ ਦੱਸੋ, ਇਹ ਫੁੱਲਾਂ ਦੇ ਗੁਲਦਸਤਿਆਂ ਲਈ ਕੀ ਇਹ ਫੁੱਲਾਂ ਦੇ ਗੁਲਦਸਤੇ ਵਾਲੀ ਜਨਾਬ ਮੈਂ ਕਿਸੇ ਸੀਨੀਅਰ ਅਫਸਰ ਦੇ ਕੋਲ ਦੱਸਾਂਗਾ, ਇੱਥੇ ਮੇਰੇ ਨੂੰ ਦੱਸਣ ਦਾ ਟਾਈਮ ਨਹੀਂ। ਨਾ ਤੁਸੀਂ ਮੈਨੂੰ ਇਹ ਸਵਾਲ ਕਰੋ, ਮੇਰੀ ਗੱਲ ਸੁਣੋ। ਇਹ ਜਨਾਬ ਗੱਲ ਇੰਦੀ ਹੈ ਕਿ ਜਿਹੜਾ ਮਹਿਕਮਾ ਹੈ ਸਾਡਾ ਪੁਲਿਸ ਦਾ ਜੀ, ਇਹਦੇ ਵਿੱਚ ਚੰਗੇ ਬੰਦੇ ਬਹੁਤ ਅੱਛੇ ਹੈਗੇ ਨੇ। ਜਿਵੇਂ ਸਾਡੇ DPO ਸਾਹਿਬ ਆਏ ਨੇ, ਉਹਨਾਂ ਸਾਨੂੰ ਸੁਣਿਆ ਬੜੇ ਪੁਰਸਕੂਨ ਤਰੀਕੇ ਦੇ ਨਾਲ, ਉਹਨਾਂ ਮੇਰਾ ਮੌਕਫ ਸੁਣਿਆ ਹੈ। ਹਾਂਜੀ, ਤੇ ਮੈਨੂੰ ਉਮੀਦ ਹੈ ਕਿ ਅੱਲਾਹ ਤਾਲਾ ਉਹਨਾਂ ਨੂੰ ਈਮਾਨ ਦੇਵੇ ਤੇ ਉਹ ਮੇਰਾ ਫੈਸਲਾ ਮੈਰਿਟ ਤੇ ਕਰਨ। ਤੇ ਬਾਕੀ ਜਿਹੜੀ ਬੇੜ ਦੀ ਆਪਣਾ ਮਰੀਮ ਨਵਾਜ਼ ਸਾਹਿਬ ਹੈ, ਮੈਂ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ। ਮੇਰੀ ਬੇਟੀਆਂ ਬਜਾ ਹੈ ਵਜ਼ੀਰ ਆਲਾ, ਤੇ ਉਹਨੇ ਬਹੁਤ ਅੱਛਾ ਇਕਦਾਮ ਕੀਤਾ ਹੈ ਕਿ ਉਹਨੇ ਆ ਜਿਹੜਾ ਆਪਣਾ ਖੁੱਲੀ ਕਚਹਿਰੀ ਵਾਲਾ DPO ਦੀ ਵਾਲਾ ਤੇ ਉਹ ਆਏ ਨੇ, ਉਹਨਾਂ ਬਹੁਤ ਸੁਣਿਆ, ਬੜੀ ਸ਼ਫਕਤ ਫਰਮਾਈ ਹੈ। ਤੇ ਬਾਕੀ ਜਿਹੜਾ ਮੇਰਾ ਬਿਆਨ ਹੈਗਾ ਸੀ ਉੱਥੇ ਮੈਂ ਉਹ ਜਿਹੜਾ ਕੋਈ ਮੇਰਾ ਮਸਲਾ ਸੀ ਉਹ ਉਹਨਾਂ ਅੱਗੇ ਪੇਸ਼ ਕੀਤਾ ਹੈ। ਕੋਨੋਂ ਜਿਵੇਂ ਉਹਨਾਂ ਨੂੰ ਚੰਗਾ ਲੱਗੇਗਾ ਉਹ ਕਰਨਗੇ। ਹਾਂਜੀ, ਇਮਾਨਦਾਰ ਕਿਸੇ ਅਫੀਸਰ ਦੀ ਡਿਊਟੀ ਲਾਣ ਤੇ ਸਾਨੂੰ ਇਨਸਾਫ ਦੇਣ। ਅਸਲ ਮੁਲਜ਼ਮ ਮੰਜ਼ਰ ਆਮ ਤੇ ਲਿਆਏ ਜਾਣ ਤੇ ਅਸਲ ਜਿਹੜੇ ਮੁਜਰਮ ਨੇ ਉਹਨਾਂ ਨੂੰ ਮੰਜ਼ਰ ਆਮ ਤੇ ਲਿਆਉਣ। ਬਾਕੀ ਦੂਸਰੀ ਦੁਨੀਆ ਨੂੰ ਕਿਉਂ ਪਰੇਸ਼ਾਨ ਕੀਤਾ ਨੇ। ਤੇ ਉੱਥੇ ਜਿਹੜੇ ਕੋਈ ਸ਼ਰਪੁਰ ਥਾਣੇ ਦੇ ਵਿੱਚ 1-2 ਬੰਦੇ ਬੈਠੇ ਨੇ, ਜਿਵੇਂ ਉਹ ਸਾਡੇ ਅਰਸ਼ਦ ਸਾਹਿਬ ਉੱਥੇ ASI ਨੇ, ਉਹਨਾਂ ਨੂੰ ਵੀ ਕਹਿਣ ਕਿ ਯਾਰ ਤੈਨੂੰ ਵੀ ਅੱਲਾ ਈਮਾਨ ਦੇਵੇ ਤੇ ਮੁਸਲਮਾਨ ਬਣ ਜਾ। ਹਾਂਜੀ, ਜਿਹੜਾ ਉਹਨੇ ਮੇਰੇ ਨਾਲ ਗਲੇ ਦਾ ਰਵੱਈਆ ਅਖਤਿਆਰ ਕੀਤਾ ਹੈ, ਮੈਂ ਉਹਦੇ ਕੋਲ ਬੱਚਾ ਚੁੱਕ ਕੇ 2 ਬੰਦੇ ਬੱਚੇ ਮੇਰੇ ਨੂੰ ਚੁੱਕ ਕੇ ਬਾਹੀਂ ਦੇ ਉੱਤੇ ਉਹਦੇ ਕੋਲ ਲਗਾਏ ਨੇ। ਤੇ ਜਿਹੜਾ ਉੱਥੇ ਉਹਨੇ ਮੇਰੇ ਨਾਲ ਕੀਤੀ ਹੈ ਗੁਫ਼ਤਗੂ, ਅਗਰ ਕੋਈ ਆਮ ਬੰਦਾ ਹੋਵੇ ਤੇ ਉਹ ਜੇ ਕਿਤੇ ਪਿੰਡ ਥਾਂ ਦੇ ਕਿਸੇ ਡੇਰੇ ਡੰਡੇ ਤੇ ਹੁੰਦਾ ਤੇ ਉਹਦੇ ਤੇ ਗੱਲ ਲੱਗ ਜਾਣਾ ਚਾਹੀਦਾ ਸੀ ਸਾਨੂੰ। ਅਸੀਂ ਉਹਨੂੰ ਘਰੇ ਕਿਵੇਂ ਵੇਖ ਕੇ ਬਰਦਾਸ਼ਤ ਕਰ ਰਹੇ ਹਾਂ। ਉਹਦਾ ਇਹ ਰਵੱਈਆ ਹੈ। ਉਹ ਤੁਸੀਂ ਪੁਲਿਸ ਦੇ ਰਵੱਈਏ ਤੋਂ ਜਦੋਂ ਬਹੁਤ ਕੁਝ ਨਹੀਂ ਜੀਗੇ। ਇੰਸਪੈਕਟਰ ਸਾਹਿਬ ਨੇ ਕੀਤਾ
ਉਹ ਜਨਾਬ ਉੱਥੇ ਆਪਣੇ ਕਮਰੇ ਦੇ ਵਿੱਚ ਐਂ ਹੁੱਕਾ ਲਾ ਕੇ ਬੈਠਾ ਜਿਵੇਂ ਕੋਈ ਚੌਰੀ ਡੇਰੇ ਦੇ ਵਿੱਚ ਬੈਠਾ। ਪੁਲਿਸ ਮੁਲਾਜ਼ਮ ਹੁੱਕੇ ਤੇ ਨਹੀਂ ਨਾ ਪੀਂਦੇ ਹੈਗੇ, ਉਹਨੇ ਹੁੱਕਾ ਪਾਇਆ, ਉਹ ਬੈਠਾ ਜਨਾਬ ਆਪਣੀ ਕਰਕੇ ਚੌਧਰ ਲਾ ਕੇ। ਹੁਣ ਇੱਕ ਬੱਚਾ ਮਰੀਜ਼ ਸੀ, ਉਹਨੂੰ ਤੂੰ ਇੱਕ ਵਾਰੀ ਬਿਆਨ ਉਹਦਾ ਸੁਣ ਲਿਆ ਸੋ ਜਨਾਬ, ਉੱਤੋਂ ਫਿਰ ਉਹਨੂੰ ਝੱਟ ਪਿੱਛੋਂ ਆਂਦਾ ਉਰਾ ਤੂੰ ਫਲਾਣਿਆ ਉਰਾ ਮੈਂ ਬਿਆਨ ਲਿਆ ਮੁੰਡੇ ਦਾ। ਹੁਣ ਮੁੰਡਾ ਬਿਮਾਰ ਹੈ ਤੇ ਉਹ ਲੱਤ ਤੋਂ ਮਤਲਬ ਜਿਹੜਾ ਅਰਸ਼ਦ ਜਿਹੜਾ ਤਫਸ਼ੀਸ਼ੀ ਉਹ ਚੌਧਰੀ ਹੈ। ਚੌਧਰੀ ਬੜਾ ਚੌਧਰੀ ਠਾਹ ਬੰਦਾ ਨਹੀਂ, ਅੱਲਾ ਉਹਦਾ ਭਲਾ ਕਰੇ, ਹਰਾਸਾਂ ਕਰਦਾ। ਅੱਲਾ ਉਹਦਾ ਭਲਾ ਕਰੇ, ਬੜਾ ਵੱਡਾ ਚੌਧਰੀ ਹੈ। ਤੇ ਉਹ ਜੋ ਉੱਥੇ ਉਹਨੇ ਹੁਣ ਮੁੰਡੇ ਨੇ ਇੱਕ ਵਾਰੀ ਬਿਆਨ ਦਿੱਤਾ ਹੈ, ਮੁਸ਼ਕਲ ਨਾਲ ਅਸੀਂ ਉਹਨੂੰ ਲਗਾਏ ਆ, ਤੂੰ ਬਿਆਨ ਸੁਣ ਲਿਆ, ਤੂੰ ਲਿਖ ਲਾ। ਉਹਨੇ ਜਨਾਬ ਕੋ ਉੱਥੇ ਸਾਡਾ ਅੱਧਾ ਪੌਣਾ ਘੰਟਾ 15 ਮਿੰਟ ਉੱਥੇ ਉਹਨੇ ਮੁੰਡੇ ਦੇ ਪਹਿਲੋਂ ਬਿਆਨ ਇੱਕ ਵਾਰੀ ਸੁਣਿਆ, ਫਿਰ ਦੁਬਾਰਾ ਜੀ ਹੁਣ ਲਹਾ ਵੀ ਇਹਨੂੰ ਕਿਆ ਲਹਾਇਆ ਹੈ ਵਕੀਲ ਅਹਿਮਦ, ਲਿਖ ਵੀ ਵਕੀਲ ਅਹਿਮਦ, ਹਾਂ ਭਾਈ ਕੀ ਹੋਇਆ ਜੀ, ਆਹ ਹੋਇਆ ਜੀ, ਲਿਖ ਵੀ ਆਹ ਹੋਇਆ, ਲਿਖ ਵੀ ਆਹ ਹੋਇਆ। ਇੱਕ ਇੱਕ ਲਫ਼ਜ਼ ਉਹਨੂੰ ਮਰੀਜ਼ ਕੋਲੋਂ ਪੁੱਛਦਾ ਪਿਆ, ਦਰਦ ਨਾਲ ਉਹ ਕਲਪਦਾ ਪਿਆ, ਉਹ ਇੱਕ ਇੱਕ ਬਿਆਹ ਕਹਿੰਦਾ ਕਾਸ਼ੋ ਲਾਈ ਜਾਂਦਾ ਬੈਠਾ ਜਨਾਬ। ਕੀ ਬਾਤ ਹੈ ਲਓ ਜੀ। ਜੀ, ਇਹ ਜੇ ਪੁਲਿਸ ਦਾ ਰਵੱਈਆ, ਇਹ ਜੇ ਪੁਲਿਸ ਦਾ ਰਵੱਈਆ। ਪੁਲਿਸ ਦਾ ਰਵੱਈਆ। ਅਗਲੀ ਗੱਲ, ਅੱਜ ਤੱਕ ਕਿਤੇ ਮੈਨੂੰ ਕੋਈ ਬੰਦਾ ਵਹਾ ਦੇ, ਅਗਰ ਮੈਂ ਗੱਲ ਗਲਤ ਕਰਾਂ ਤੇ ਮੈਂ ਕਿਹੜੀ ਹੁਣ ਕਸਮ ਤੁਹਾਨੂੰ ਖਾਵਾਂ ਮੁਸਲਮਾਨ ਅੱਗੇ, ਮੈਂ ਅਗਰ ਗਲਤ ਬਿਆਨ ਨਹੀਂ ਕਰਾਂ, ਇਹ ਤੁਸੀਂ ਮੈਨੂੰ ਦੱਸ ਦਿਓ ਵੀ ਪੁਲਿਸ ਅੱਜ ਤੱਕ ਕਿਸੇ ਫਾਇਰ ਲੱਗੇ ਬੰਦੇ ਦੇ ਕਿਸੇ ਹਸਪਤਾਲ ਦੇ ਵਿੱਚ ਗਈ ਹੈ ਕਦੀ ਅੱਜ ਤੱਕ? ਵੀ ਤੇਰਾ ਕੀ ਹਾਲ ਹੈ, ਉਸ ਕੋ ਟਾਈਮ ਹੀ ਨਹੀਂ ਹੈਗਾ, ਗਈ ਹੈ ਕਦੀ? ਨਹੀਂ। ਇਹ ਜਨਾਬ ਇਹ ਸਾਡਾ ਵੀ ਬੱਚਾ, ਇਹਨੂੰ ਵੀ ਫਾਇਰ ਲੱਗਾ, ਚਲੋ ਥੋੜਾ ਸਹੀ ਬਹੁਤਾ ਸਹੀ, ਅੱਲਾ ਉਹਨਾਂ ਦੇ ਬੱਚੇ ਨੂੰ ਵੀ ਤੰਦਰੁਸਤੀ ਦੇਵੇ, ਅਸੀਂ ਉਹਨਾਂ ਨੂੰ ਦੇ ਵੀ ਹੱਕ ਦੁਆ ਮੰਗਨੇ ਆ। ਇਹਨੂੰ ਫਾਇਰ ਇਹਨੂੰ ਵੀ ਲੱਗਾ ਹੈ। ਪੁਲਿਸ ਜਨਾਬ ਨੇ ਹਸਪਤਾਲ ਦੇ ਵਿੱਚ ਗਈ, ਉੱਥੋਂ ਉਹਨਾਂ ਦੂਸਰੇ ਬੱਚੇ ਨੂੰ ਕੱਢਿਆ, ਕੱਢ ਕੇ ਉਹਨੂੰ ਪ੍ਰਾਈਵੇਟ ਹਸਪਤਾਲ ਜਾਂਦੇ ਨੇ ਪਏ। ਕਿਆ ਵਜ੍ਹਾ? 3 ਪੁਲਿਸ ਵਾਲੇ ਗਏ ਨੇ, ਉਹਨਾਂ ਦੇ ਮੈਂ ਨਾਂ ਅਜੇ ਨਹੀਂ ਦੱਸਣੇ, ਅਜੇ ਨਾਂ ਨਹੀਂ ਦੱਸਣੇ, ਅਜੇ ਨਾਂ ਨਹੀਂ ਦੱਸਣੇ। ਉੱਥੇ ਜਾ ਕੇ ਮੈਂ ਹਸਪਤਾਲ ਦੇ ਪੁਲਿਸ ਵਾਲੇ ਜਾ ਕੇ ਉੱਥੇ ਸੀਸੀ ਕੈਮਰੇ ਚੈੱਕ ਕਰ ਲੈਣ, ਜੇ ਨਾ 3 ਨਿਕਲਣਾ ਸੀ ਜ਼ਿੰਮੇਦਾਰ ਆ। ਕਿ ਡੀਪੀਓ ਸਾਹਿਬ ਆ ਵੀ ਇਹਨਾਂ ਚਾਚੇ ਨੇ ਬੜੀ ਵੱਡੀ ਗੱਲ ਕੀਤੀ ਹੈ, ਜਿਹੜੇ 3 ਐਲਕਾਰ ਗਏ ਨੇ, ਜਿਹੜੇ ਦੂਜੇ ਮਰੀਜ਼ ਨੂੰ ਉਹਨਾਂ ਉੱਥੋਂ ਜਿੱਦੋਂ ਆਪਣੀ ਮਰਜ਼ੀ ਦਾ ਬਿਆਨ ਪੁਲਿਸ ਨੇ ਲਿਆ ਹੈ, ਕੱਢ ਕੇ ਕਾਜੀ ਹਸਪਤਾਲ ਦੇ ਵਿੱਚ ਲੈ ਗਏ ਨੇ, ਵਿੱਚ ਲੈ ਕੇ ਗਏ, ਉੱਥੇ ਜਾ ਕੇ ਸਾਰੇ ਬਿਆਨ ਹੋਏ ਇਹ ਨੇ। ਬੜਾ ਵੱਡਾ ਪੁਆਇੰਟ ਹੈ ਜੀ, ਵੀ ਨੋਟ ਕਰਨ ਵਾਲਾ, ਇਹਨੂੰ ਨੋਟ ਕਰੋ। ਇਹ ਜਿਹੜੀ ਸਾਡੀ ਆਵਾਮ ਹੈ, ਜਿਹੜੇ ਚਾਚਾ ਜੀ ਨੇ, ਇਹਨਾਂ ਦੇ ਤਹਫਜ਼ਾਤ ਦੂਰ ਕਰੋ ਔਰ ਇਹਨਾਂ ਨੂੰ ਇਨਸਾਫ ਫਰਾਹਮ ਕਰੋ। ਅੱਛਾ ਚਾਚਾ ਜੀ, ਇਹ ਦੱਸੋ ਕਿ ਜਦੋਂ ਇਲੈਕਸ਼ਨ ਆਉਂਦਾ ਹੈ, ਗੱਲਾਂ ਵੋਟਾਂ ਦੀਆਂ ਹੁੰਦੀਆਂ ਨੇ, ਜਿਹੜੇ ਚੌਧਰੀਆਂ ਨੇ ਸਿਆਸਤਦਾਨਾਂ ਤੋਂ ਵੋਟ ਮੰਗੇ ਨੇ, ਉਹ ਵੀ ਤੁਹਾਡਾ ਕੋਈ ਪਤਾ ਸੁਰ ਲੈਣ ਆਏ ਨੇ, ਉਹਨਾਂ ਤੋਂ ਖੁਸ਼ ਜੇ? ਉਹ ਇੱਕ ਬੰਦਾ ਆਇਆ ਮਲਕ ਅਖਤਰ ਨਵਾਜ਼ ਦਾ ਵਾਲਦ ਜੀ, ਮਲਕ ਨਵਾਜ਼ ਜੀ, ਵਾਲਾ ਕੋ ਆ ਮਰੀਜ਼ ਬੰਦਾ ਹੈ, ਫਾਲਜ ਦਾ ਮਰੀਜ਼ ਹੈ, ਜੀ। ਤੁਰਿਆ ਉਹਦੇ ਕੋਲੋਂ ਨਹੀਂ ਜਾਂਦਾ, ਉਹਦੇ ਤੇ ਮੈਂ ਬਹੁਤ ਰਾਜੀ ਹਾਂ ਦਿਲ ਦੇ ਤਹਿ ਤੱਕ। ਕੀ ਬਾਤ ਹੈ, ਕਿ ਉਹ ਬਾਬਾ ਬਜ਼ੁਰਗ ਹੋ ਕੇ ਮੇਰੇ ਘਰ ਮੇਰੇ ਬੱਚੇ ਦਾ ਪਤਾ ਲੈਣ ਆਇਆ। ਬੜੀ ਗੱਲ ਹੈ। ਬਾਕੀ ਚੌਧਰੀ ਆਏ ਨੇ, ਉਹ ਸਿਰਫ ਇਸ ਵਾਸਤੇ ਆਏ ਨੇ ਕਿ ਯਾਰ ਪੁਲਿਸ ਨੂੰ ਮਾਫੀ ਦੇ ਦੇ, ਅੱਛਾ, ਬਾਕੀ ਚੌਧਰੀ ਆਏ ਨੇ ਪੁਲਿਸ ਨੂੰ ਮਾਫੀ ਦੇ ਮਾਫੀ ਉਹ 2-3 ਚੌਧਰੀ ਨੇ ਉਹਨਾਂ ਨਾਮ ਮੈਨੂੰ ਦੱਸਦੇ ਸਾਰੀ ਰਾਤ ਨਹੀਂ ਸੌਣ ਦਿੱਤਾ। ਮੈਂ ਬੱਚਿਆ ਗੱਲ ਸੱਚੀ ਕਰਾਂਗਾ, ਮੈਂ ਬੜਾ ਸਤਿਆ, ਮੇਰਾ ਬੱਚਾ ਇੱਕੋ ਕਮਾਉਣ ਵਾਲਾ ਹੈ। ਅੱਲਾਹ ਪਾਕ ਤੁਹਾਨੂੰ ਆ ਮੇਰੇ ਕੋਲ ਇੱਕ ਕੁੱਲੇ ਦਾ ਮਕਾਨ ਹੈ, ਮੈਂ ਕੋਈ ਚੋਰੀ ਬੰਦਾ ਨਹੀਂ ਹੈਗਾ, ਪਰ ਮੈਂ ਖੁਦਾ ਤੋਂ ਸਵਾ ਕਿਸੇ ਤੋਂ ਨਹੀਂ ਡਰਦਾ। ਜਿੱਦਣ ਮੇਰੀ ਮੌਤ ਆਉਣੀ ਸਲਾਮ ਅਲੈਕਮ, ਇਹਦੇ 'ਚ ਕਿਹੜੀ ਗੱਲ ਹੈ? ਮੈਂ ਕਿਸੇ ਚੌਧਰੀ ਜਿਹੜੇ ਆਏ ਨੇ, ਜਿਨ੍ਹਾਂ ਤੁਹਾਨੂੰ ਦਬਾਅ ਪਾਉਂਦੇ ਰਹੇ, ਅੱਲਾ ਉਹਨਾਂ ਦਾ ਭਲਾ ਕਰੇ, ਅੱਲਾਹ ਉਹਨਾਂ ਦੇ ਭਲਾ ਕਰੇ, ਅੱਲਾ ਉਹਨਾਂ ਦਾ ਭਲਾ ਲਓ ਜੀ ਕਰੇ। ਚੌਧਰੀ ਅੱਲਾ ਨੂੰ ਆਹ ਦੇਖ ਲਓ ਚਾਚਾ ਜੀ ਨਾਲ ਅੱਲਾ ਉਹਨਾਂ ਨੂੰ ਹੋਰ ਚੌਧਰ ਦੇਵੇ, ਹੋਰ ਚੌਧਰ ਦੇਵੇ ਜੀ, ਜਿਹੜਾ ਤੁਹਾਨੂੰ ਬਾਂਡਾ ਹੈ ਸਾਂ ਉਹ ਤੂੰ ਸਮਝ ਲਾ ਆਪ। ਜੀ। ਆ ਚਾਚਾ ਜੀ ਦੀਆਂ ਖਰੀਆਂ ਤੇ ਲਹਿੰਦੇ ਚੜ੍ਹਦੇ ਪੰਜਾਬ ਵਾਲੇ ਸੁਣ ਲਵੋ, ਪੰਜਾਬੀਆਂ ਨਾਲ ਆ ਜ਼ਿਆਤੀਆਂ ਕਰਦੀ ਪਈ ਪੁਲਿਸ, ਤੇ ਆ ਜਿਹੜੇ ਹਾਲਾਤ ਚੰਗੇ ਨਹੀਂ ਹੈਗੇ, ਤੇ ਨਾਲੇ ਚੌਧਰੀ ਵੀ ਜਿਹੜੇ ਨੇ ਉਹ ਵੀ ਕੋਈ ਚੰਗਾ ਕੰਮ ਕੋ ਨਹੀਂ ਕਰਦੇ ਪਏ। ਇਹ ਤੇ ਗੱਲ ਸੁਣੋ ਮੇਰੀ ਬੱਚਿਆ, ਮੈਂ ਗੱਲ ਕਰਨਾ ਪੂਰੇ ਠੋਸ ਤੇ ਸਬੂਤ ਨਾਲ ਤੇ ਸੱਚੀ ਤੇ ਖਰੀ। ਜੀ, ਜਿਸਲੇ ਮੁੰਡਿਆਂ ਨੂੰ ਇਹਨਾਂ ਫਾਇਰ ਮਾਰਿਆ, ਉਸ ਵਕੂਵੇ ਤੋਂ 10 ਮਿੰਟ ਪਹਿਲੇ ਮੇਰੇ ਕੋਲ ਤੋਂ ਅਜ਼ੀਜ਼ ਗੁਜ਼ਰਿਆ, ਜਿਹਨੂੰ ਇਹੋ ਹੀ ਪੁਲਿਸ ਵਾਲੇ ਦੋਵੇਂ ਡੱਕ ਦੇਣੇ ਪਏ। ਜੀ, ਅਗਰ ਪੁਲਿਸ ਵਾਲੇ ਆਖਣਗੇ ਤੇ ਮੈਂ ਉਹ ਬੰਦਾ ਲਿਆਵਾਂਗਾ ਮੌਜੂਦ, ਉਹ ਬੰਦਾ ਵੀ ਮੇਰਾ ਆਪਣਾ ਹੈ। ਇਹ ਕਹਿਣਗੇ ਬੰਦਾ ਕਿੱਧਰ ਗਿਆ ਸੀ, ਮੈਂ ਉਹਨਾਂ ਨੂੰ ਇਹ ਵੀ ਸਬੂਤ ਦਿਆਂਗੇ ਕਿ ਬੰਦਾ ਕਿੱਧਰ ਗਿਆ ਸੀ ਤੇ ਕਿੱਧਰੋਂ ਆ ਰਿਹਾ ਸੀ। ਕਿੱਧਰੋਂ ਆ ਰਿਹਾ ਸੀ? ਤੇ 10 ਮਿੰਟ ਪਹਿਲੋਂ ਲੰਘਿਆ ਉੱਥੋਂ, ਤੇ ਉਹਨੂੰ ਵੀ ਡੱਕਣ ਦੀ ਕੋਸ਼ਿਸ਼ ਕੀਤੀ ਨੇ ਲਾਈਟਾਂ ਮਾਰ ਕੇ, ਤੇ ਉਹ ਵੀ ਜਾਮੇ ਮੋਟਰਸਾਈਕਲ ਦੇ ਉੱਤੇ ਸੀ, ਉਹ ਚੁੱਪ ਕਰਕੇ ਲੰਘ ਗਿਆ। ਉਹਨੇ ਨਹੀਂ ਇਹ ਉੱਥੇ ਖੜਾਰੀ ਹੈਗੀ, ਉਹਨੇ ਵੇਖਿਆ, ਉਹ ਅਜੇ ਕੋਟ ਮਹਿਮੂਦ ਨਹੀਂ ਪਹੁੰਚਿਆ ਹੈਗਾ, ਤੇ ਮਗਰੋਂ ਉਹਨੂੰ ਅਸਾਂ ਉਸ ਵਕੂਵੇ ਦੇ ਉੱਤੇ ਅਸਾਂ ਇੱਧਰੋਂ ਜਾ ਕੇ ਉੱਥੋਂ ਉਹਨੂੰ ਫੋਨ ਕੀਤਾ। ਉਹਨੇ ਕਿਹਾ ਯਾਰ ਇਹ ਤੇ ਖੰਜੀਰ ਉੱਥੇ ਖੜੇ ਸਨ, ਖਣਜੀਰ ਉੱਤੇ ਖਲੋਤੇ ਆ। ਲਓ ਜੀ, ਇਹਦੇ ਨਾਲ ਸਾਡਾ ਜਿਹੜਾ ਇਹ ਪ੍ਰੋਗਰਾਮ ਹੈ ਛੋਟਾ ਜਿਹਾ ਖਤਮ ਹੋਇਆ ਹੈ, ਔਰ ਬੜੀ ਅਫਸੋਸਨਾਕ ਵਾਕਿਆ ਹੋਇਆ ਕਿ ਚਾਚੇ ਜੀ ਦਾ ਇੱਕ ਪੁੱਤਰ, ਉਹ ਵੀ ਕਮਾਊ ਪੁੱਤਰ, ਜਵਾਨ ਪੁੱਤਰ, ਉਹਨਾਂ ਨੇ ਏਡਾ ਵੱਡਾ ਹਾਦਸਾ ਪੇਸ਼ ਆਇਆ। ਸਾਡੇ ਪੁੱਤਰ ਦੇ ਕੋਲੋਂ ਕੋਈ ਸਿਗਰਟ ਜਾਂ ਕੋਈ ਮਾਚਿਸ ਵੀ ਨਿਕਲੀ ਤਾਂ ਅਸੀਂ ਜੁਰਮਦਾਰ ਆ। ਉਹ ਤੇ ਅਸਲਾ ਲੱਭਦੇ ਸਨ, ਮੌਜੂਦ ਸਾਡੇ ਕੋਲ ਕਿੱਲ ਨਹੀਂ ਹੈਗਾ ਬਰੰਜੀ ਦਾ। ਅਸੀਂ ਖਪੇ ਪਏ, ਸਤੇ ਪਏ, ਮੇਰੇ ਅੰਦਰ ਇੰਨਾ ਕੋਈ ਪ੍ਰੈਸ਼ਰ ਹੈ, ਮੈਂ ਨਾ ਵੀ ਮੈਂ ਤੇ ਕਿਸੇ ਮਹਿਕਮੇ ਜਾ ਕੇ ਕੋਈ ਆਪਣੇ ਆਪ ਨੂੰ ਉੱਥੇ ਖੁਦਕੁਸ਼ੀ ਨਹੀਂ ਕਰ ਲਈ।
ਜੋ ਇਹਨਾਂ ਸਾਡੇ ਨਾਲ ਰਵੱਈਆ ਇਖਤਿਆਰ ਕੀਤਾ ਪੁਲਿਸ ਵਾਲਿਆਂ। ਸਭ ਤੋਂ ਵੱਡਾ ਮਸਲਾ ਪੁਲਿਸ ਦਾ ਰਵੱਈਆ। ਜਦੋਂ ਕੋਈ ਕਿਸੇ ਨਾਲ ਜ਼ਿਆਦਤੀ ਹੁੰਦੀ ਹੈ, ਬੰਦੇ ਨੂੰ ਇੰਨਾ ਦੁੱਖ ਜ਼ਿਆਦਤੀ ਦਾ ਨਹੀਂ ਹੁੰਦਾ, ਜਦੋਂ ਪੁਲਿਸ ਤੁਹਾਡੇ ਨਾਲ ਕਰਦੀ ਹੁੰਦਾ ਉਸ ਤੋਂ ਜ਼ਿਆਦਾ ਦੁੱਖ ਹੁੰਦਾ।